ਜਾਂਸੀ ਦੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਯਹੋਵਾ ਦੀ ਅੱਜ ਦੀ ਆਨੰਦਿਤ ਬੰਦਗੀ ਦੇ ਵਿੱਚ ਸਵਾਗਤ ਹੈ। ਤੁਹਾਨੂੰ ਸਾਰਿਆਂ ਨੂੰ ਯਹੋਵਾ ਦੀ ਅੱਜ ਦੀ ਆਨੰਦਿਤ ਬੰਦਗੀ ਦੀਆਂ ਕੰਗ੍ਰੈਚੁਲੇਸ਼ਨਸ, ਵਧਾਈਆਂ। ਅੱਜ ਦਾ ਯਹੋਵਾ ਦਾ ਵਚਨ ਆ ਕਿ ਜਦੋਂ ਕੋਈ ਇਨਸਾਨ ਯਹੋਵਾ ਦੀ ਅਣਆਗਿਆਕਾਰੀ ਕਰਦਾ ਆ ਤੇ ਫਿਰ ਕੀ ਹੁੰਦਾ ਆ। ਇੰਗਲਿਸ਼ ਵਿੱਚ ਇਹਨੂੰ ਇਸ ਤਰ੍ਹਾਂ ਕਹਿੰਦੇ ਆ ਕਿ ਵੈਨ ਯੂ ਡੂ ਅਨਓਬੀਡੀਐਂਟ ਇਨ ਗਾਡ ਵਟ ਹੈਪਨ ਦੈਨ। ਅਸੀਂ ਹਮੇਸ਼ਾ ਤੋਂ ਸੁਣਦੇ ਆਏ ਹਾਂ ਇੱਕ ਸ਼ਬਦ ਅਣਆਗਿਆਕਾਰੀ। ਅਣਆਗਿਆਕਾਰੀ ਦੋ ਤਰ੍ਹਾਂ ਦੀ ਹੁੰਦੀ ਆ, ਇੱਕ ਨਰਮ ਜਵਾਬ ਅਣਆਗਿਆਕਾਰੀ ਤੇ ਦੂਸਰੀ ਕਠੋਰ ਜਵਾਬ ਅਣਆਗਿਆਕਾਰੀ। ਅੱਜ ਅਸੀਂ ਸਿੱਖਾਂਗੇ ਯਹੋਵਾ ਦੇ ਵਚਨ ਦੇ ਦੁਆਰਾ ਕਿ ਅਣਆਗਿਆਕਾਰੀ ਕੀ ਹੁੰਦੀ ਆ ਤੇ ਨਰਮ ਜਵਾਬ ਅਣਆਗਿਆਕਾਰੀ ਕਿੱਦਾਂ ਹੁੰਦੀ ਆ, ਕੀ ਹੁੰਦੀ ਆ, ਤੇ ਕਠੋਰ ਜਵਾਬ ਅਣਆਗਿਆਕਾਰੀ ਦੇ ਵਿੱਚ ਕੀ ਹੁੰਦਾ ਆ। ਜਦੋਂ ਇਨਸਾਨ ਯਹੋਵਾ ਦੀ ਅਣਆਗਿਆਕਾਰੀ ਕਰਦਾ ਆ ਤੇ ਉਹਦੇ ਜੀਵਨ ਦੇ ਉੱਤੇ ਕੀ ਪ੍ਰਭਾਵ ਪੈਂਦਾ ਆ ਤੇ ਯਹੋਵਾ ਉੱਤੇ ਉਹਦਾ ਇਫੈਕਟ ਕੀ ਹੁੰਦਾ ਆ ਤੇ ਇਨਸਾਨ ਦੇ ਜੀਵਨ ਦੇ ਉੱਤੇ ਉਸ ਅਣਆਗਿਆਕਾਰੀ ਦਾ ਕੀ ਇਫੈਕਟ ਹੁੰਦਾ ਆ। ਆਮੇਨ। ਯਹੋਵਾ ਦੇ ਵਚਨ ਦੇ ਦੁਆਰਾ ਅੱਜ ਅਸੀਂ ਸਿੱਖਾਂਗੇ। ਵਚਨ ਦੇ ਵਿੱਚ ਚੱਲਦੇ ਹਾਂ। ਯਹੋਵਾ ਪਰਮੇਸ਼ਵਰ ਦੇ ਵਚਨ ਦੇ ਵਿੱਚ ਧਰਮ ਪੁਸਤਕ ਦੇ ਵਿੱਚ ਲਿਖਿਆ ਆ, ਪਹਿਲਾ ਰਾਜਿਆਂ ਦੀ ਕਿਤਾਬ 19 ਚੈਪਟਰ ਦੇ ਵਿੱਚ ਲਿਖਿਆ ਆ। ਸਭ ਤੋਂ ਪਹਿਲਾਂ ਅਸੀਂ ਵੇਖਾਂਗੇ ਕਿ ਨਰਮ ਜਵਾਬ ਅਣਆਗਿਆਕਾਰੀ ਕੀ ਹੁੰਦੀ ਆ ਤੇ ਕਿੱਦਾਂ ਹੁੰਦੀ ਆ, ਤੇ ਨਰਮ ਜਵਾਬ ਅਣਆਗਿਆਕਾਰੀ ਦਾ ਇਨਸਾਨ ਦੇ ਜੀਵਨ ਦੇ ਉੱਤੇ ਕੀ ਇਫੈਕਟ ਹੁੰਦਾ ਆ, ਕੀ ਅਸਰ ਹੁੰਦਾ ਆ। ਆਮੇਨ। ਤੇ ਅਸੀਂ ਪੜਾਂਗੇ, ਅਸੀਂ ਦੇਖਾਂਗੇ ਪਹਿਲਾ ਰਾਜਾ ਦੀ ਕਿਤਾਬ ਪੁਰਾਣੇ ਨੇਮ ਦੇ ਵਿੱਚ 19 ਚੈਪਟਰ ਦੇ ਵਿੱਚ ਲਿਖਿਆ ਆ ਕਿ ਜਦੋਂ ਯਹੋਵਾ ਨੇ ਏਲੀਆ ਨਬੀ ਨੂੰ ਕਿਹਾ ਕਿ ਇਜ਼ਰਾਈਲ ਦੇ ਵਿੱਚ ਜਿਹੜਾ ਅਹਾਬ ਦਾ ਰਾਜਾ ਸੀ ਉਸ ਸਮੇਂ ਦੇ ਵਿੱਚ, ਕਿ ਉਸ ਸਮੇਂ ਦੇ ਵਿੱਚ ਮੇਰੀ ਆਹ ਯੋਜਨਾ ਆ ਇਜ਼ਰਾਈਲ ਦੇ ਵਿੱਚ, ਤਾਂ ਉਹਨਾਂ ਨੂੰ ਜਾ ਕੇ ਦੱਸ ਅਹਾਬ ਰਾਜਾ ਨੂੰ। ਉਸ ਸਮੇਂ ਜੋ ਅਕਾਲ ਸੀਗਾ ਤੇ ਯਹੋਵਾ ਨੇ ਕਿਹਾ ਕਿ ਜਾ ਕੇ ਦੱਸ ਕਿ ਯਹੋਵਾ ਤੁਹਾਡੀ ਧਰਤੀ ਉੱਤੇ ਮੀਂਹ ਪਾਵੇਗਾ ਤੇ ਅਕਾਲ ਤੋਂ ਤੁਹਾਨੂੰ ਰਾਹਤ ਦੇਵੇਗਾ। ਤੇ ਉਸ ਸਮੇਂ ਦੇ ਵਿੱਚ ਜਿਹੜੀ ਅਹਾਬ ਦੀ ਰਾਣੀ ਸੀਗੀ ਈਜ਼ਬਲ, ਉਹ ਯਹੋਵਾ ਦੇ ਨਬੀਆਂ ਨੂੰ ਵੜ ਦਿੰਦੇ ਹੁੰਦੇ ਸੀਗੇ, ਮਾਰ ਦਿੰਦੇ ਹੁੰਦੇ ਸੀਗੇ। ਤੇ ਈਜ਼ਬਲ ਸੀਗੀ ਉਹ ਅਹਾਬ ਦੀ ਰਾਣੀ ਸੀਗੀ। ਈਜ਼ਬਲ ਅਹਾਬ ਦੀ ਰਾਣੀ ਸੀਗੀ ਤੇ ਅਹਾਬ ਜਿਹੜਾ ਉਸ ਸਮੇਂ ਇਜ਼ਰਾਈਲ ਦਾ ਰਾਜਾ ਸੀਗਾ, ਜਿਸ ਸਮੇਂ ਏਲੀਆ ਯਹੋਵਾ ਦਾ ਕੰਮ ਕਰਦਾ ਸੀਗਾ। ਤੇ ਉਸ ਸਮੇਂ ਇਜ਼ਰਾਈਲੀਆਂ ਨੇ ਯਹੋਵਾ ਦੇ ਵਚਨਾਂ ਨੂੰ ਭੁਲਾ ਦਿੱਤਾ, ਮੂਰਤੀ ਪੂਜਾ ਕਰਨ ਲੱਗ ਗਏ, ਯਹੋਵਾ ਨੂੰ ਛੱਡ ਦਿੱਤਾ। ਤਾਂ ਯਹੋਵਾ ਏਲੀਆ ਨਬੀ ਦੇ ਰਾਹੀਂ ਲੋਕਾਂ ਨੂੰ ਦੱਸਦਾ ਹੁੰਦਾ ਸੀ ਉਹਨਾਂ ਦੀ ਯੋਜਨਾ ਦੇ ਬਾਰੇ, ਉਹਨਾਂ ਨੂੰ ਦੱਸਦਾ ਹੁੰਦਾ ਸੀ ਆਪਣੇ ਵਚਨ ਦੇ ਦੁਆਰੇ। ਤੇ ਏਲੀਆ ਨੂੰ ਕਹਿੰਦਾ ਹੁੰਦਾ ਸੀ ਕਿ ਜਾ ਤੂੰ ਇਸ ਇਨਸਾਨ ਨੂੰ ਦੱਸ ਮੇਰੇ ਬਾਰੇ, ਮੇਰੇ ਵਚਨ ਦੇ ਬਾਰੇ ਦੱਸ। ਤੇ ਜਦੋਂ ਈਜ਼ਬਲ ਨੂੰ ਪਤਾ ਲੱਗਿਆ, ਰਾਣੀ ਈਜ਼ਬਲ ਨੂੰ, ਕਿ ਏਲੀਆ ਨਬੀ ਨੇ ਇਸ ਤਰ੍ਹਾਂ ਕੀਤਾ ਆ, ਯਹੋਵਾ ਦੇ ਵਚਨ ਦੇ ਦੁਆਰਾ ਸਾਰਾ ਕੁਝ ਠੀਕ ਹੋ ਗਿਆ, ਤੇ ਈਜ਼ਬਲ ਜਿਹੜੀ ਸੀਗੀ ਉਹਨੇ ਕੋਸ਼ਿਸ਼ ਕੀਤੀ ਕਿ ਏਲੀਆ ਨਬੀ ਨੂੰ ਉਹ ਮਰਵਾ ਦੇਵੇ। ਉਹਨੇ ਆਪਣੇ ਬੰਦੇ ਭੇਜੇ ਉਹਨੂੰ ਮਾਰਨ ਦੇ ਵਾਸਤੇ। ਜਦੋਂ ਏਲੀਆ ਨੂੰ ਪਤਾ ਲੱਗਿਆ ਤਾਂ ਉਹ ਉੱਥੋਂ ਚਲਿਆ ਗਿਆ। ਤੇ ਉਸ ਸਮੇਂ ਦੇ ਵਿੱਚ ਜਦੋਂ ਏਲੀਆ ਕੰਮ ਕਰਦਾ ਸੀ, ਉਸ ਸਮੇਂ ਦੇ ਵਿੱਚ ਕੰਮ ਕਰਨਾ ਯਹੋਵਾ ਦਾ ਬਹੁਤ ਔਖਾ ਸੀ, ਪੈਦਲ ਤੁਰਨਾ ਸੀ, ਨਬੀਆਂ ਨੂੰ ਮਾਰ ਦਿੰਦੇ ਹੁੰਦੇ ਸੀਗੇ। ਅਗਰ ਕੋਈ ਯਹੋਵਾ ਦਾ ਵਚਨ ਸੁਣਾਵੇ ਜਾਂ ਕੁਝ ਦੱਸੇ ਯਹੋਵਾ ਵੱਲੋਂ ਤਾਂ ਉਹਨਾਂ ਨੂੰ ਮਾਰ ਦਿੰਦੇ ਹੁੰਦੇ ਸੀ, ਕਿਉਂਕਿ ਲੋਕ ਮੂਰਤੀ ਪੂਜਾ ਦੇ ਵਿੱਚ ਫਸੇ ਹੋਏ ਸੀਗੇ, ਪਾਪਾਂ ਦੇ ਵਿੱਚ ਫਸੇ ਹੋਏ ਸੀਗੇ ਉਹ। ਤੇ ਏਲੀਆ ਇਸ ਗੱਲ ਤੋਂ ਬਹੁਤ ਉਹ ਥੱਕ ਗਿਆ, ਅੱਕ ਗਿਆ। ਪਹਿਲਾਂ ਵੀ ਯਹੋਵਾ ਦਾ ਕੰਮ ਕਰਦਾ ਸੀ, ਲੋਕ ਨਬੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਸੀਗੇ ਏਲੀਆ ਦੇ ਸਮੇਂ ਦੇ ਵਿੱਚ। ਤਾਂ ਉਸ ਸਮੇਂ ਵੀ ਏਲੀਆ ਨੂੰ ਮਾਰਨ ਦੇ ਲਈ ਬੰਦੇ ਭੇਜੇ ਗਏ ਤਾਂ ਏਲੀਆ ਉੱਥੋਂ ਚਲਿਆ ਗਿਆ। ਤੇ ਏਲੀਆ ਰਾਹ ਦੇ ਵਿੱਚ ਜਦੋਂ ਥੱਕ ਗਿਆ, ਅੱਕ ਗਿਆ, ਤੇ ਇੱਕ ਦਰਖਤ ਦੇ ਥੱਲੇ ਉਹ ਪੈ ਗਿਆ ਤੇ ਉਹਨੇ ਯਹੋਵਾ ਦੇ ਕੋਲੋਂ ਆਪਣੇ ਵਾਸਤੇ ਮੌਤ ਮੰਗੀ ਕਿ ਯਹੋਵਾ ਮੈਨੂੰ ਮੌਤ ਦੇ, ਮੈਂ ਇਸ ਕੰਮ ਤੋਂ ਹੁਣ ਥੱਕ ਚੁੱਕੀ ਹਾਂ, ਮੈਨੂੰ ਆਰਾਮ ਦੇ, ਮੈਂ ਇਹ ਕੰਮ ਹੁਣ ਨਹੀਂ ਕਰ ਸਕਦਾ। ਕਿਉਂਕਿ ਉਹ ਦੌੜ ਦੌੜ ਕੇ ਆਪਣੀ ਜਾਨ ਨੂੰ ਲੁਕਾ ਕੇ ਅੱਕ ਗਿਆ ਸੀ, ਥੱਕ ਗਿਆ ਸੀਗਾ। ਏਲੀਆ ਨੇ ਯਹੋਵਾ ਨੂੰ ਕਿਹਾ ਕਿ ਮੈਂ ਸਿਰਫ ਇਕੱਲਾ ਨਬੀ ਰਹਿ ਗਿਆ ਆ, ਬਾਕੀ ਸਭ ਮਾਰੇ ਗਏ ਆ, ਇਜ਼ਰਾਈਲੀਆਂ ਨੇ ਤੇਰੇ ਨਾਮ ਨੂੰ ਛੱਡ ਦਿੱਤਾ, ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ ਆ। ਤਾਂ ਉਹ ਸੌਂ ਗਿਆ ਇਹ ਗੱਲਾਂ ਕਰਦਾ ਹੋਇਆ। ਤੇ ਯਹੋਵਾ ਦਾ ਇੱਕ ਸਵਰਗਦੂਤ ਆਇਆ, ਉਹਦੇ ਕੋਲ ਇੱਕ ਅੰਗਿਆਰਿਆਂ ਦੇ ਉੱਤੇ ਪੱਕੀ ਹੋਈ ਇੱਕ ਰੋਟੀ ਲੈ ਕੇ ਆਇਆ ਤੇ ਉਹਦੇ ਵਾਸਤੇ ਸਰਾਹੀ ਦੇ ਵਿੱਚ ਪਾਣੀ ਲੈ ਕੇ ਆਇਆ। ਤੇ ਯਹੋਵਾ ਦੇ ਸਵਰਗਦੂਤ ਨੇ ਉਹਨੂੰ ਕਿਹਾ ਕਿ ਉੱਠ ਖਾ ਇਹਨੂੰ, ਕਿਉਂਕਿ ਤੇਰਾ ਸਫ਼ਰ ਲੰਮਾ ਆ। ਤੇ ਉਹ ਏਲੀਆ ਨੇ ਉਸ ਅੰਗਿਆਰੇ ਤੇ ਪੱਕੀ ਹੋਈ ਇੱਕ ਰੋਟੀ ਨੂੰ ਖਾਧਾ ਤੇ ਸਰਾਹੀ ਵਾਲਾ ਪਾਣੀ ਪੀਤਾ। ਉਸੇ ਭੋਜਨ ਦੇ ਨਾਲ ਏਲੀਆ ਨੇ 40 ਦਿਨਾਂ ਦਾ ਅੱਗੇ ਦਾ ਸਫ਼ਰ ਤੈਅ ਕੀਤਾ। ਦੇਖੋ ਕਿੰਨਾ ਔਖਾ, ਇੱਕ ਰੋਟੀ ਖਾ ਕੇ ਤੇ ਸਰਾਹੀ ਵਿੱਚ ਥੋੜਾ ਜਿਹਾ ਪਾਣੀ ਪੀ ਕੇ 40 ਦਿਨ 40 ਰਾਤ ਤੁਰਦੇ ਜਾਣਾ, 40 ਦਿਨ ਦਾ ਸਫ਼ਰ ਤੈਅ ਕਰਨਾ। ਤੇ ਏਲੀਆ ਨੇ ਇਹ ਕੀਤਾ ਤੇ 40 ਦਿਨਾਂ ਦਾ ਸਫ਼ਰ ਤੈਅ ਕਰਕੇ ਹੋਰੇਬ ਪਰਬਤ, ਪਰਮੇਸ਼ਵਰ ਦੇ ਹੋਰੇਬ ਪਰਬਤ ਦੇ ਕੋਲ ਪਹੁੰਚ ਗਿਆ। ਉੱਥੋਂ ਇੱਕ ਗੁਫਾ ਦੇ ਵਿੱਚ
ਲੁਕ ਗਿਆ, ਕਿਉਂਕਿ ਲੋਕ ਉਹਨੂੰ ਲੱਭਦੇ ਸੀਗੇ ਮਾਰਨ ਦੇ ਵਾਸਤੇ। ਤੇ ਫਿਰ ਯਹੋਵਾ ਨੇ ਉੱਥੇ ਉਹਨੂੰ ਆਵਾਜ਼ ਦਿੱਤੀ ਕਿ ਏਲੀਆ ਤੂੰ ਇੱਥੇ ਕੀ ਕਰਦਾ ਆ। ਉਹਨੇ ਕਿਹਾ ਕਿ ਮੈਂ ਇੱਥੇ ਲੁਕਿਆ ਹੋਇਆ ਆ, ਕਿ ਲੋਕ ਜਿਹੜੇ ਆ ਉਹ ਮੇਰੇ ਜਾਨ ਨੂੰ ਮਾਰਨ ਦੇ ਲਈ ਮੈਨੂੰ ਭਾਲਦੇ ਫਿਰਦੇ ਆ। ਮੈਂ ਹੁਣ ਅੱਕ ਗਿਆ ਇਸ ਕੰਮ ਤੋਂ, ਮੈਂ ਥੱਕ ਗਿਆ, ਮੈਂ ਨਹੀਂ ਕਰ ਸਕਦਾ। ਯਹੋਵਾ ਮੈਨੂੰ ਆਰਾਮ ਦੇ, ਕਿਉਂਕਿ ਯਹੋਵਾ ਦੇ ਵਚਨ ਦੇ ਵਿੱਚ ਲਿਖਿਆ ਆ ਕਿ ਯਹੋਵਾ ਆਪਣੇ ਡਰਨ ਵਾਲਿਆਂ ਨੂੰ ਕੀ ਦਿੰਦਾ ਆ, ਆਰਾਮ ਦਿੰਦਾ ਆ। ਤੇ ਯਹੋਵਾ ਨੇ ਉਹਨੂੰ ਕਿਹਾ ਕਿ ਜਾ ਪਿੱਛੇ ਦਮਿਸ਼ਕ ਨੂੰ ਮੁੜ ਜਾ। ਦਮਿਸ਼ਕ ਇੱਕ ਨਗਰ ਦਾ ਨਾਂ ਆ। ਤੇ ਯਹੋਵਾ ਨੇ ਏਲੀਆ ਨੂੰ ਕਿਹਾ ਕਿ ਜਾ ਪਿੱਛੇ ਦਮਿਸ਼ਕ ਨੂੰ ਮੁੜ ਜਾ, ਤੇ ਉੱਥੇ ਜਾ ਕੇ ਸ਼ਾਫਾਟ ਦੇ ਪੁੱਤਰ ਅਲੀਸ਼ਾ ਨੂੰ ਮੱਸਾ ਕਰਕੇ ਉਹ ਤੇਰੇ ਥਾਂ ਨਬੀ ਠਹਿਰੇ। ਤਾਂ ਅਲੀਸ਼ਾ ਨੇ ਦਮਿਸ਼ਕ ਨੂੰ ਜਾ ਕੇ, ਉਸ ਨਗਰ ਨੂੰ ਜਾ ਕੇ ਸ਼ਾਫਾਟ ਦੇ ਪੁੱਤਰ ਅਲੀਸ਼ਾ ਨੂੰ ਮੱਸਾ ਕੀਤਾ। ਉਸ ਤੋਂ ਬਾਅਦ ਵਿੱਚ ਅਲੀਸ਼ਾ ਏਲੀਆ ਦੇ ਨਾਲ ਰਹਿਣ ਲੱਗ ਗਿਆ। ਉਸ ਤੋਂ ਬਾਅਦ ਵਿੱਚ ਯਹੋਵਾ ਨੇ ਏਲੀਆ ਨੂੰ ਜਿੰਦੇ ਹਵਾ ਦੇ ਵਾਵਰੋਲੇ ਦੇ ਵਿੱਚ ਉਠਾ ਲੈਣ ਵਾਲਾ ਸੀਗਾ। ਜਦੋਂ ਅਲੀਸ਼ਾ ਨੂੰ ਮੱਸਾ ਕਰ ਦਿੱਤਾ ਗਿਆ ਯਹੋਵਾ ਦੇ ਕੰਮ ਕਰਨ ਦੇ ਵਾਸਤੇ, ਤੇ ਅਲੀਸ਼ਾ ਜਿਹੜਾ ਸੀਗਾ ਉਹ ਹਮੇਸ਼ਾ ਏਲੀਆ ਦੇ ਨਾਲ ਰਹਿੰਦਾ ਹੁੰਦਾ ਸੀਗਾ। ਤੇ ਏਲੀਆ ਨੇ ਕਿਹਾ ਕਿ ਤੂੰ ਮੈਨੂੰ ਦੱਸ ਕਿ ਤੂੰ ਕੀ ਚਾਹੁੰਦਾ ਆ, ਕਿ ਇਸ ਤੋਂ ਪਹਿਲਾਂ ਕਿ ਯਹੋਵਾ ਮੈਨੂੰ ਉੱਪਰ ਆਕਾਸ਼ ਦੇ ਵਿੱਚ ਉਠਾ ਲਵੇ, ਤਾਂ ਦੱਸ ਮੈਨੂੰ ਤੂੰ ਕੀ ਚਾਹੁੰਦਾ ਹੈ ਮੇਰੇ ਕੋਲੋਂ। ਤਾਂ ਅਲੀਸ਼ਾ ਨੇ ਕਿਹਾ ਕਿ ਤੇਰੀ ਆਤਮਾ ਦਾ ਦੁੱਗਣਾ ਮੱਸਾ ਮੇਰੇ ਉੱਤੇ ਆਵੇ। ਤਾਂ ਇਸੇ ਤਰ੍ਹਾਂ ਹੀ ਹੋ ਗਿਆ। ਤਾਂ ਉਸੇ ਘੜੀ ਯਹੋਵਾ ਨੇ ਤੇਜ਼ ਵਾਵਰੋਲਾ ਕੱਲਿਆ, ਤੇ ਉਸ ਤੇਜ਼ ਵਾਵਰੋਲੇ ਦੇ ਵਿੱਚ ਜਿਹੜਾ ਏਲੀਆ ਨਬੀ ਸੀਗਾ ਉਹ ਜ਼ਿੰਦਾ ਉੱਪਰ ਆਕਾਸ਼ ਦੇ ਵਿੱਚ ਉਠਾਇਆ ਗਿਆ। ਤੇ ਏਲੀਆ ਯਹੋਵਾ ਦੇ ਕੰਮ ਕਰਨ ਲੱਗਾ। ਤੇ ਅਲੀਸ਼ਾ ਦੇ ਨਾਲ ਜਿਹੜੇ ਬੰਦੇ ਸੀਗੇ, ਜਦੋਂ ਯਹੋਵਾ ਨੇ ਏਲੀਆ ਨੂੰ ਚੁੱਕ ਲਿਆ ਉੱਪਰ ਆਕਾਸ਼ ਦੇ ਵਿੱਚ ਵਾਵਰੋਲੇ ਦੇ ਨਾਲ, ਤੇਜ਼ ਹਵਾ ਦੇ ਵਾਵਰੋਲੇ ਦੇ ਨਾਲ, ਥੋੜੇ ਬੰਦੇ ਅਲੀਸ਼ਾ ਦੇ ਨਾਲ ਸੀਗੇ। ਉਹ ਕਹਿੰਦੇ ਸੀ ਕਿ ਸਾਨੂੰ ਭੇਜ, ਅਸੀਂ ਲੱਭ ਕੇ ਆਈਏ ਅਲੀਸ਼ਾ ਨੂੰ, ਕਿ ਕਿਤੇ ਵਾਵਰੋਲੇ ਨੇ ਉਹਨੂੰ ਇੱਧਰ ਉੱਧਰ ਨਾ ਸੱਟ ਦਿੱਤਾ ਹੋਵੇ, ਕਿਤੇ ਚੱਟਾਨ ਤੇ ਨਾ ਸੱਟ ਦਿੱਤਾ ਹੋਵੇ, ਕਿਤੇ ਖੱਡ ਵਿੱਚ ਨਾ ਸੱਟ ਦਿੱਤਾ ਹੋਵੇ। ਪਰ ਅਲੀਸ਼ਾ ਨੂੰ ਪਤਾ ਸੀਗਾ ਕਿ ਯਹੋਵਾ ਨੇ ਉਹਨੂੰ ਉੱਪਰ ਉਠਾ ਲਿਆ ਆ, ਪਰ ਉਹ ਬੰਦਿਆਂ ਨੂੰ ਨਹੀਂ ਪਤਾ ਸੀਗਾ। ਉਹ ਜਿੱਦ ਕਰੀ ਜਾਂਦੇ ਸੀ ਕਿ ਅਲੀਸ਼ਾ ਸਾਨੂੰ ਭੇਜ, ਅਸੀਂ ਜਾਈਏ। ਉਹ ਅਲੀਸ਼ਾ ਦੇ ਸੇਵਕ ਸੀਗੇ। ਤਾਂ ਅਲੀਸ਼ਾ ਨੇ ਥੱਕ ਹਾਰ ਕੇ ਉਹਨਾਂ ਨੂੰ ਕਿਹਾ ਕਿ ਜਾਓ, ਫਿਰ ਤੁਸੀਂ ਜਾ ਕੇ ਲੱਭੋ। ਤਾਂ ਉਹ 3 ਦਿਨ ਏਲੀਆ ਨੂੰ ਲੱਭਦੇ ਰਹੇ, ਪਰ ਏਲੀਆ ਨਹੀਂ ਲੱਭਾ। 3 ਦਿਨ ਏਲੀਆ ਨੂੰ ਲੱਭਦੇ ਰਹੇ ਉਹ ਬੰਦੇ, ਏਲੀਆ ਨਹੀਂ ਲੱਭਾ, ਕਿਉਂਕਿ ਏਲੀਆ ਨੂੰ ਯਹੋਵਾ ਨੇ ਹਵਾ ਦੇ ਤੇਜ਼ ਵਾਵਰੋਲੇ ਦੇ ਨਾਲ ਉੱਪਰ ਆਕਾਸ਼ ਦੇ ਵੱਲ ਨੂੰ ਉਠਾ ਲਿਆ ਸੀਗਾ। ਇਸੇ ਤਰ੍ਹਾਂ ਏਲੀਆ ਉੱਪਰ ਜ਼ਿੰਦਾ ਆਕਾਸ਼ ਦੇ ਵਿੱਚ ਉਠਾਇਆ ਗਿਆ ਹਵਾ ਦੇ ਵਾਵਰੋਲੇ ਦੇ ਵਿੱਚ। ਤੇ ਏਲੀਆ ਨੂੰ ਯਹੋਵਾ ਦਾ ਵਚਨ ਸੀਗਾ ਕਿ ਮੇਰੇ ਕੰਮ ਕਰ, ਪਰ ਏਲੀਆ ਨੇ ਯਹੋਵਾ ਦੀ ਆਗਿਆਕਾਰੀ ਕੀਤੀ। ਤੇ ਜਦੋਂ ਉਹ ਥੱਕ ਗਿਆ, ਅੱਕ ਗਿਆ, ਉਹਨੇ ਨਰਮ ਜਵਾਬ, ਅਣਆਗਿਆਕਾਰੀ ਕੀਤੀ, ਨਰਮ ਜਵਾਬ ਦੇ ਵਿੱਚ ਨਾ ਕੀਤੀ ਯਹੋਵਾ ਨੂੰ ਕਿ ਯਹੋਵਾ ਮੈਂ ਹੁਣ ਅੱਕ ਗਿਆ, ਮੈਂ ਹੁਣ ਥੱਕ ਗਿਆ, ਮੈਂ ਇਹ ਕੰਮ ਹੁਣ ਨਹੀਂ ਕਰ ਸਕਦਾ, ਮੈਨੂੰ ਆਰਾਮ ਦੇ। ਏਲੀਆ ਨੇ ਨੀਵੇਂ ਹੋ ਕੇ, ਯਹੋਵਾ ਦੇ ਅਧੀਨ ਹੋ ਕੇ, ਨਰਮ ਹੋ ਕੇ ਯਹੋਵਾ ਨੂੰ ਮਨਾ ਕੀਤਾ ਕਿ ਮੈਂ ਇਹ ਕੰਮ ਹੁਣ ਨਹੀਂ ਕਰ ਸਕਦਾ, ਮੈਨੂੰ ਆਰਾਮ ਦੇ। ਤਾਂ ਯਹੋਵਾ ਨੇ ਕੀ ਕੀਤਾ, ਉਹਨੂੰ ਮਾਰਿਆ ਨਹੀਂ, ਉਹਦੇ ਤੇ ਗੁੱਸਾ ਨਹੀਂ ਹੋਇਆ। ਕਿਉਂ? ਕਿਉਂਕਿ ਉਹਨੇ ਨਰਮ ਜਵਾਬ ਦੇ ਵਿੱਚ ਮਨਾ ਕੀਤਾ ਯਹੋਵਾ ਨੂੰ। ਯਹੋਵਾ ਉਹਦੇ ਨਾਲ ਗੁੱਸਾ ਨਹੀਂ ਹੋਇਆ। ਯਹੋਵਾ ਨੇ ਉਹਨੂੰ ਜ਼ਿੰਦਗੀ ਬਖਸ਼ੀ। ਉਹ ਹੱਲੇ ਵੀ ਏਲੀਆ ਜਿੰਦਾ ਆ, ਤੇ ਏਲੀਆ ਨੂੰ ਆਰਾਮ ਦਿੱਤਾ। ਏਲੀਆ ਹੱਲੇ ਵੀ ਜਿੰਦਾ ਆ। ਦੇਖੋ ਕਿੰਨੇ ਸਾਲ ਹੋ ਗਏ ਆ। ਬਾਈਬਲ ਦੇ ਵਿੱਚ ਪੁਰਾਣੇ ਨਿਯਮ ਦੇ ਵਿੱਚ ਲਿਖਿਆ ਕਿ ਏਲੀਆ ਨਬੀ, ਪਰ ਏਲੀਆ ਨਬੀ ਜ਼ਿੰਦਾ ਹਵਾ ਦੇ ਵਾਵਰੋਲੇ ਦੇ ਨਾਲ ਉੱਪਰ ਆਕਾਸ਼ ਨੂੰ ਉਠਾਇਆ ਗਿਆ ਸੀ। ਉਹ ਹੱਲੇ ਵੀ ਸਵਰਗ ਵਿੱਚ ਜਿੰਦਾ ਆ। ਤੇ ਜੋ ਮੈਂ ਤੁਹਾਨੂੰ ਗੱਲ ਦੱਸਣ ਜਾ ਰਹੀ ਹਾਂ, ਇਸ ਗੱਲ ਨੂੰ ਆਪਣੀ ਕਾਪੀ ਦੇ ਉੱਤੇ ਪੈਨ ਦੇ ਨਾਲ ਲਿਖ ਲਈਏ। ਅਗਰ ਤੁਹਾਡੇ ਕੋਲ ਪੈਨ ਹੈਗਾ ਤਾਂ ਕਾਪੀ ਦੇ ਨਾਲ ਲਿਖ ਲਈਏ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਤਾਂ ਨੋਟਬੁੱਕ ਤੇ ਲਿਖ ਲਈਏ ਤਾਂ ਕਿ ਗੱਲ ਤੁਹਾਨੂੰ ਹਮੇਸ਼ਾ ਯਾਦ ਰਹੇ। ਆਮੇਨ। ਏਲੀਆ ਨਬੀ ਜਿੰਦਾ ਆ। ਤੇ ਜਦੋਂ ਯਹੋਵਾ ਨੇ ਧਰਤੀ ਦੇ ਉੱਤੇ ਆਉਣਾ ਹੈ ਨਿਆਂ ਕਰਨ ਅਖੀਰਲੇ ਦਿਨਾਂ ਦੇ ਵਿੱਚ, ਤਾਂ ਯਹੋਵਾ ਆਪਣੇ ਤੋਂ ਪਹਿਲਾਂ ਏਲੀਆ ਨਬੀ ਨੂੰ ਇਸ ਧਰਤੀ ਦੇ ਉੱਤੇ ਭੇਜੇਗਾ, ਕਿਉਂਕਿ ਜੋ ਏਲੀਆ ਨਬੀ ਨੇ ਕੰਮ ਅਧੂਰਾ ਛੱਡਿਆ ਸੀ ਉਹਨੂੰ ਪੂਰਾ ਕਰਨ ਦੇ ਵਾਸਤੇ। ਤਾਂ ਤੁਸੀਂ ਦੇਖੋਗੇ ਆਪਣੀਆਂ ਅੱਖਾਂ ਦੇ ਨਾਲ ਏਲੀਆ ਨਬੀ ਨੂੰ ਇਸ ਧਰਤੀ ਦੇ ਉੱਤੇ ਪ੍ਰਚਾਰ ਕਰਦੇ ਹੋਏ। ਤੇ ਏਲੀਆ ਨਬੀ ਬਾਲਕਾਂ ਦੇ ਦਿਲ ਪਿਤਾਵਾਂ ਵੱਲ ਮੋੜੇਗਾ, ਤੇ ਪਿਤਾਵਾਂ ਦੇ ਦਿਲ ਉਹ ਬਾਲਕਾਂ ਵੱਲ ਮੋੜੇਗਾ। ਦੇਖੋ ਕਿੰਨੇ ਸਾਲ ਹੋ ਗਿਆ ਪੁਰਾਣੇ ਨਿਯਮ ਦੇ ਵਿੱਚ ਏਲੀਆ ਨਬੀ ਦੇ ਬਾਰੇ ਲਿਖਿਆ ਹੋਇਆ, ਪਰ ਹੱਲੇ ਉਹ ਜਿੰਦਾ ਆ। ਤੁਸੀਂ ਉਹਨੂੰ ਦੇਖੋਗੇ, ਇੰਨੀਆਂ ਸਦੀਆਂ ਹੋ ਗਈਆਂ, ਅੱਜ ਇੰਨੇ ਸਾਲ ਹੋ ਗਏ, ਇੰਨਾ ਸਮਾਂ ਬੀਤ ਗਿਆ ਆ, ਤੇ ਤੁਸੀਂ ਉਹਨੂੰ ਦੇਖੋਗੇ ਏਲੀਆ ਨਬੀ ਨੂੰ ਪ੍ਰਚਾਰ ਕਰਦੇ ਹੋਏ ਇਸ ਧਰਤੀ ਦੇ ਉੱਤੇ। ਆਮੇਨ। ਏਲੀਆ ਨਬੀ ਜਿੰਦਾ ਆ, ਤੇ ਯਹੋਵਾ ਦੇ ਆਉਣ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਯਹੋਵਾ ਏਲੀਆ ਨਬੀ ਨੂੰ ਭੇਜੇਗਾ ਇਸ ਧਰਤੀ ਦੇ ਉੱਤੇ ਪ੍ਰਚਾਰ ਕਰਨ ਦੇ ਵਾਸਤੇ। ਜੋ ਉਹਦਾ ਕੰਮ ਅਧੂਰਾ ਰਹਿ ਗਿਆ ਸੀਗਾ ਉਹਨੂੰ ਪੂਰਾ ਕਰਨ ਦੇ ਵਾਸਤੇ। ਤੇ ਇਸ ਤਰ੍ਹਾਂ
ਇਸ ਤਰ੍ਹਾਂ ਆਪਾਂ ਸਿੱਖਿਆ ਆ ਇਹਦੇ ਵਿੱਚੋਂ ਕਿ ਕਿਸ ਤਰ੍ਹਾਂ ਏਲੀਆ ਨੇ ਨਰਮ ਜਵਾਬ ਹੋ ਕੇ ਯਹੋਵਾ ਦੇ ਅਧੀਨ ਹੋ ਕੇ ਯਹੋਵਾ ਨੂੰ ਮਨਾ ਕੀਤਾ, ਤਾਂ ਯਹੋਵਾ ਨੇ ਉਹਦੀ ਜ਼ਿੰਦਗੀ ਨੂੰ ਬਚਾਈ ਰੱਖਿਆ, ਉਹਨੂੰ ਆਰਾਮ ਦਿੱਤਾ, ਤੇ ਉਹਦੇ ਜੀਵਨ ਦੇ ਵਿੱਚ ਯਹੋਵਾ ਦੀ ਯੋਜਨਾ ਪੂਰੀ ਹੋ ਰਹੀ ਆ। ਆਮੇਨ। ਤੇ ਹੁਣ ਅਸੀਂ ਸਿੱਖਾਂਗੇ ਕਿ ਕਠੋਰ ਜਵਾਬ ਅਣਆਗਿਆਕਾਰੀ ਕੀ ਹੁੰਦੀ ਆ, ਤੇ ਕਠੋਰ ਜਵਾਬ ਅਣਆਗਿਆਕਾਰੀ ਕਰਨ ਦੇ ਨਾਲ ਇਨਸਾਨ ਦੇ ਜੀਵਨ ਦੇ ਉੱਤੇ ਕੀ ਪ੍ਰਭਾਵ ਪੈਂਦਾ ਆ, ਕੀ ਇਫੈਕਟ ਹੁੰਦਾ ਆ, ਤੇ ਯਹੋਵਾ ਦੇ ਉੱਤੇ ਉਹਦਾ ਕੀ ਇਫੈਕਟ ਹੁੰਦਾ ਆ। ਧਰਮ ਪੁਸਤਕ ਦੇ ਵਿੱਚ ਯੂਨਾ ਦੀ ਕਿਤਾਬ ਦੇ ਵਿੱਚ ਲਿਖਿਆ ਆ ਕਿ ਯਹੋਵਾ ਨੇ ਯੂਨਾ ਨਾਮ ਦੇ ਇੱਕ ਮਨੁੱਖ ਨੂੰ ਚੁਣਿਆ ਆਪਣੇ ਕੰਮ ਕਰਨ ਦੇ ਵਾਸਤੇ ਕਿ ਉਹ ਯਹੋਵਾ ਦੇ ਕੰਮ ਕਰੇ। ਯਹੋਵਾ ਨੇ ਯੂਨਾ ਨੂੰ ਕਿਹਾ ਕਿ ਉੱਠ ਨੀਨਵਾ ਸ਼ਹਿਰ ਨੂੰ ਜਾ, ਉੱਥੇ ਲੋਕ ਪਾਪਾਂ ਦੇ ਵਿੱਚ ਫਸੇ ਹੋਏ ਆ, ਉਹਨਾਂ ਦਾ ਪਾਪ ਬਹੁਤ ਵੱਧ ਗਿਆ ਆ, ਉਹਨਾਂ ਨੂੰ ਜਾ ਕੇ ਦੱਸ ਕਿ ਉਹ ਆਪਣੇ ਪਾਪਾਂ ਤੋਂ ਮੁੜਨ ਤੇ ਮੈਂ ਉਹਨਾਂ ਨੂੰ ਬਚਾ ਲਵਾਂ। ਪਰ ਯੂਨਾ ਨੇ ਕੋਈ ਜਵਾਬ ਨਹੀਂ ਦਿੱਤਾ। ਯੂਨਾ ਨੇ ਸੋਚਿਆ ਕਿ ਮੈਂ ਕਿਉਂ ਕਰਾਂ, ਹੋਰ ਇੰਨੇ ਲੋਕੀ ਹੈਗੇ ਆ, ਉਹ ਕਰ ਲੈਣ, ਮੈਂ ਕਿਉਂ ਕਰਾਂ ਇਹ ਕੰਮ, ਮੈਂ ਨਹੀਂ ਕਰਨਾ ਮੰਗਦਾ, ਮੈਂ ਨਹੀਂ ਕਰਨਾ ਤੇ ਨਹੀਂ ਕਰਨਾ। ਉਹਨੇ ਕੋਈ ਜਵਾਬ ਨਹੀਂ ਦਿੱਤਾ ਯਹੋਵਾ ਨੂੰ। ਉਹ ਉੱਠਿਆ ਤੇ ਉਹਨੇ ਤਰਸ਼ੀਸ਼ ਨੂੰ ਜਾਣ ਲੱਗ ਗਿਆ। ਤਰਸ਼ੀਸ਼ ਇੱਕ ਨਗਰ ਦਾ ਨਾਂ ਆ। ਤਰਸ਼ੀਸ਼ ਨੂੰ ਜਾਣ ਲੱਗ ਗਿਆ। ਇੱਕ ਜਹਾਜ਼ ਤਿਆਰ ਸੀ ਸਮੁੰਦਰ ਦੇ ਵਿੱਚ ਤਰਸ਼ੀਸ਼ ਨੂੰ ਜਾਣ ਲਈ। ਉਹ ਉਹਦੇ ਵਿੱਚ ਜਾ ਬੈਠਾ ਤਰਸ਼ੀਸ਼ ਨੂੰ ਜਾਣ ਲਈ, ਜਦਕਿ ਯਹੋਵਾ ਨੇ ਉਹਨੂੰ ਕਿਹਾ ਕਿ ਨੀਨਵਾ ਸ਼ਹਿਰ ਨੂੰ ਜਾ, ਪਰ ਉਹ ਉਲਟ ਕਰ ਰਿਹਾ ਹੈ, ਉਹ ਦੂਸਰੇ ਪਾਸੇ ਨੂੰ ਜਾ ਰਿਹਾ ਆ, ਯਹੋਵਾ ਦੀ ਅਣਆਗਿਆਕਾਰੀ ਕਰ ਰਿਹਾ ਆ। ਉਹ ਸਮੁੰਦਰ ਦੇ ਵਿੱਚ ਜੋ ਜਹਾਜ਼ ਤਿਆਰ ਸੀਗਾ ਉਹਦੇ ਵਿੱਚ ਜਾ ਬੈਠਾ ਤਰਸ਼ੀਸ਼ ਨੂੰ ਜਾਣ ਦੇ ਵਾਸਤੇ। ਤੇ ਜਦੋਂ ਉਹ ਜਹਾਜ਼ ਜਾ ਰਿਹਾ ਸੀਗਾ ਤਰਸ਼ੀਸ਼ ਨੂੰ, ਤਾਂ ਯਹੋਵਾ ਨੇ ਸਮੁੰਦਰ ਦੇ ਵਿੱਚ ਤੂਫਾਨ ਭੇਜ ਦਿੱਤਾ ਵੱਡਾ, ਯੂਨਾ ਨੂੰ ਸਮਝਾਉਣ ਦੇ ਵਾਸਤੇ ਇੱਕ ਤੂਫਾਨ ਭੇਜ ਦਿੱਤਾ ਵੱਡਾ ਦਰਿਆ ਦੇ ਵਿੱਚ। ਤੇ ਜਿਹੜਾ ਜਹਾਜ਼ ਸੀਗਾ ਉਹ ਇੱਧਰ ਉੱਧਰ ਹਿੱਲਣ ਲੱਗਾ, ਤੇ ਜਿਹੜੇ ਦਰਿਆ ਦੇ ਵਿੱਚ ਜਹਾਜ਼ ਸੀਗਾ ਉਹਦੇ ਵਿੱਚ ਜਿਹੜੇ ਬੰਦੇ ਸੀਗੇ ਜਹਾਜ਼ ਨੂੰ ਚਲਾਉਂਦੇ ਸੀਗੇ ਉਹ ਡਰ ਗਏ ਬਹੁਤ। ਉਹ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਲੱਗੇ ਕਿ ਕਹਿਣ ਸਾਨੂੰ ਸਾਡੇ ਦੇਵੀ ਦੇਵਤੇ ਬਚਾ ਲੈਣ। ਪਰ ਜਦੋਂ ਕੁਛ ਨਹੀਂ ਹੋਇਆ ਤਾਂ ਉਹਨਾਂ ਨੇ ਸੋਚਿਆ ਕਿ ਥੱਲੇ ਯੂਨਾ ਜਹਾਜ਼ ਦੇ ਥੱਲੇ ਨੀਚਲੇ ਹਿੱਸੇ ਦੇ ਵਿੱਚ ਸੁੱਤਾ ਪਿਆ ਸੀ ਆਰਾਮ ਦੇ ਨਾਲ, ਕਿਉਂਕਿ ਉਹਨੂੰ ਕੋਈ ਟੈਨਸ਼ਨ ਨਹੀਂ ਸੀਗੀ, ਕਿਉਂਕਿ ਉਹ ਤਾਂ ਯਹੋਵਾ ਦੀ ਆਗਿਆ ਤੋਂ ਦੂਰ ਭੱਜ ਰਿਹਾ ਸੀਗਾ। ਉਹ ਸੋਚ ਰਿਹਾ ਸੀ ਕਿ ਮੈਨੂੰ ਕੋਈ ਟੈਨਸ਼ਨ ਨਹੀਂ, ਮੈਂ ਇਹ ਕੰਮ ਨਹੀਂ ਕਰਨਾ, ਤੇ ਮੈਂ ਹੋਰ ਨਗਰ ਨੂੰ ਜਾ ਰਿਹਾ, ਮੇਰੀ ਮਰਜ਼ੀ, ਮੈਂ ਨਹੀਂ ਕਰਨਾ ਤੇ ਨਹੀਂ ਕਰਨਾ। ਉਹਨੂੰ ਕੋਈ ਟੈਨਸ਼ਨ ਨਹੀਂ ਸੀ। ਉਹ ਸੌਂ ਗਿਆ ਥੱਲੇ ਜਾ ਕੇ ਜਹਾਜ਼ ਦੇ ਨਿਚਲੇ ਹਿੱਸੇ ਦੇ ਵਿੱਚ। ਉਹਨਾਂ ਬੰਦਿਆਂ ਨੇ ਜਾ ਕੇ ਯੂਨਾ ਨੂੰ ਕਿਹਾ ਕਿ ਉੱਠ, ਆਪਣੇ ਪਰਮੇਸ਼ਵਰ ਜਿਹਨੂੰ ਤੂੰ ਮੰਨਦਾ ਆ ਉਹਦੇ ਅੱਗੇ ਆਪਣੇ ਗੋਡੇ ਨਿਵਾ ਕੇ ਉਹ ਆਪਾਂ ਨੂੰ ਬਚਾ ਲਵੇ। ਤੇ ਯੂਨਾ ਨੇ ਕਿਹਾ ਕਿ ਇਹ ਹੁਣ ਇੱਦਾਂ ਸਾਰਾ ਕੁਝ ਠੀਕ ਨਹੀਂ ਹੋਣਾ, ਕਿਉਂਕਿ ਮੇਰੇ ਕਰਕੇ ਹੋਇਆ ਆ ਸਾਰਾ ਕੁਝ। ਮੈਨੂੰ ਯਹੋਵਾ ਨੇ ਕੰਮ ਕਰਨ ਦੇ ਲਈ ਕਿਹਾ ਆ, ਪਰ ਮੈਂ ਨਹੀਂ ਕੀਤਾ ਤੇ ਮੈਂ ਨਹੀਂ ਕਰਨਾ ਮੰਗਦਾ, ਇਸ ਲਈ ਇਹ ਹੋਇਆ ਆ ਇਹ ਕੰਮ। ਇਸ ਲਈ ਤੁਸੀਂ ਮੈਨੂੰ ਸਮੁੰਦਰ ਦੇ ਵਿੱਚ ਸੁੱਟ ਦਿਓ, ਯੂਨਾ ਕਹਿੰਦਾ, ਤੇ ਸਮੁੰਦਰ ਸ਼ਾਂਤ ਹੋ ਜਾਵੇਗਾ। ਤੇ ਉਹਨਾਂ ਨੇ ਕਿਹਾ ਕਿ ਅਸੀਂ ਤੈਨੂੰ ਸਮੁੰਦਰ 'ਚ ਨਹੀਂ ਸੁੱਟ ਸਕਦੇ, ਸੀ ਪਾਪ ਨਹੀਂ ਕਰ ਸਕਦੇ। ਪਰ ਯੂਨਾ ਨੇ ਕਿਹਾ ਕਿ ਇਹ ਪਰਮੇਸ਼ਵਰ ਵੱਲੋਂ ਆ, ਮੇਰਾ ਪਰਮੇਸ਼ਵਰ ਕਰ ਰਿਹਾ, ਕਿਉਂਕਿ ਮੈਂ ਉਹਦੀ ਅਣਆਗਿਆਕਾਰੀ ਕੀਤੀ ਆ, ਮੈਂ ਉਹਦਾ ਕਹਿਣਾ ਨਹੀਂ ਮੰਨਿਆ। ਤੁਸੀਂ ਮੈਨੂੰ ਸਮੁੰਦਰ ਦੇ ਵਿੱਚ ਸੁੱਟ ਦਿਓ ਤੇ ਸਾਰਾ ਕੁਝ ਠੀਕ ਹੋ ਜਾਏਗਾ। ਉਹਨਾਂ ਨੇ ਚੱਕ ਕੇ ਯੂਨਾ ਨੂੰ ਸਮੁੰਦਰ ਦੇ ਵਿੱਚ ਸੁੱਟ ਦਿੱਤਾ, ਤੇ ਸਮੁੰਦਰ ਜਿਹੜਾ ਸੀ ਉਹ ਸ਼ਾਂਤ ਹੋ ਗਿਆ, ਜਹਾਜ਼ ਵੀ ਠੀਕ ਹੋ ਗਿਆ। ਤੇ ਸਮੁੰਦਰ ਦੇ ਵਿੱਚ ਜਦੋਂ ਯੂਨਾ ਡਿੱਗਾ ਤਾਂ ਉੱਥੇ ਇੱਕ ਵੱਡੀ ਵੇਲ ਮੱਛੀ ਸੀਗੀ। ਉਸ ਵੇਲ ਮੱਛੀ ਨੇ ਯੂਨਾ ਨੂੰ ਨਿਗਲ ਲਿਆ। ਉਹ ਵੇਲ ਮੱਛੀ ਜਿਹੜੀ ਸੀਗੀ ਉਹ ਮੱਛੀ ਸੀਗੀ, ਉਹ ਯਹੋਵਾ ਵੱਲੋਂ ਸੀਗੀ, ਯਹੋਵਾ ਨੇ ਠਹਿਰਾਈ ਹੋਈ ਸੀਗੀ ਤਾਂ ਕਿ ਉਹ ਯੂਨਾ ਦੀ ਜਾਨ ਨੂੰ ਬਚਾਈ ਰੱਖੇ। ਉਹ ਮੱਛੀ ਯੂਨਾ ਨੂੰ ਖਾ ਵੀ ਸਕਦੀ ਸੀ, ਪਰ ਉਹਨੇ ਨਹੀਂ ਖਾਧਾ। ਉਹਨੇ ਸਿਰਫ ਉਹਨੂੰ ਨਿਗਲਿਆ ਸੀ, ਉਹਦੇ ਢਿੱਡ ਵਿੱਚ ਸੀਗਾ। ਮੱਛੀ ਦੇ ਢਿੱਡ ਵਿੱਚ ਕਿੰਨਾ ਹਨੇਰਾ ਹੁੰਦਾ ਆ। ਤੇ ਯੂਨਾ ਨੇ ਜਾਣਿਆ ਕਿ ਪਰਮੇਸ਼ਵਰ ਇਹ ਸਾਰਾ ਕੁਝ ਕਰ ਸਕਦਾ ਆ, ਪਰਮੇਸ਼ਵਰ ਇਨਸਾਨ ਦੀ ਜਾਨ ਲੈ ਵੀ ਸਕਦਾ ਆ ਤੇ ਬਚਾ ਵੀ ਸਕਦਾ ਆ। ਯੂਨਾ ਨੇ ਪਰਮੇਸ਼ਵਰ ਦੀ ਅਣਆਗਿਆਕਾਰੀ ਕੀਤੀ, ਉਹਨੂੰ ਕਠੋਰ ਜਵਾਬ ਦਿੱਤਾ, ਨਰਮ ਨਹੀਂ, ਉਹਨੂੰ ਕਠੋਰ ਜਵਾਬ ਦਿੱਤਾ ਕਿ ਮੈਂ ਨਹੀਂ ਕਰਨਾ, ਮੈਂ ਨਹੀਂ ਕਰਨਾ ਮੰਗਦਾ। ਇਸ ਲਈ ਯਹੋਵਾ ਨੇ ਸਾਰਾ ਕੁਝ ਕੀਤਾ ਯੂਨਾ ਨੂੰ ਸਮਝਾਉਣ ਦੇ ਵਾਸਤੇ, ਉਹਦੇ ਕੋਲ ਕੰਮ ਲੈਣ ਦੇ ਵਾਸਤੇ, ਕਿਉਂਕਿ ਯਹੋਵਾ ਜਿਸ ਇਨਸਾਨ ਤੋਂ ਕੰਮ ਲੈਂਦਾ ਆ ਉਹਦੇ ਕੋਲੋਂ ਲੈਂਦਾ ਆ, ਉਹ ਨਾ ਨਹੀਂ ਕਰ ਸਕਦਾ। ਯਹੋਵਾ ਜਿਹਨੂੰ ਚੁਣਦਾ ਹੈ ਜਿਹੜਾ ਕੰਮ ਕਰਨ ਦੇ ਵਾਸਤੇ, ਉਹਨੂੰ ਕਰਨਾ ਪੈਂਦਾ, ਉਸ ਕੰਮ ਤੋਂ ਭੱਜ ਨਹੀਂ ਸਕਦਾ। ਕੋਈ ਵੀ ਇਨਸਾਨ ਆਪਣੀ ਬੁਲਾਹਟ ਤੋਂ ਭੱਜ ਨਹੀਂ ਸਕਦਾ। ਜੋ ਉਹਦੀ ਬੁਲਾਹਟ ਆ ਯਹੋਵਾ ਦੇ ਵਿੱਚ ਉਹ ਪੂਰੀ ਹੁੰਦੀ ਆ,
ਉਹ ਆਪਣੀ ਬੁਲਾਹਟ ਤੋਂ ਭੱਜ ਨਹੀਂ ਸਕਦਾ, ਤੇ ਯੂਨਾ ਦੀ ਜੋ ਬੁਲਾਹਟ ਸੀਗੀ ਉਹ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਪਰ ਯਹੋਵਾ ਦੀ ਯੋਜਨਾ ਇਨਸਾਨ ਦੇ ਜੀਵਨ ਦੇ ਵਿੱਚ ਪੂਰੀ ਹੋ ਕੇ ਹੀ ਰਹਿੰਦੀ ਆ। ਤੇ ਉਸ ਮੱਛੀ ਦੇ ਢਿੱਡ ਵਿੱਚ ਉਹ ਯੂਨਾ 3 ਦਿਨ ਰਿਹਾ। ਦੇਖੋ ਕਿੰਨਾ ਔਖਾ ਮੱਛੀ ਦੇ ਢਿੱਡ ਵਿੱਚ ਰਹਿਣਾ, ਪਰ ਯਹੋਵਾ ਨੇ ਉਹਨੂੰ ਬਚਾ ਕੇ ਰੱਖਿਆ। ਉਹ ਹਨੇਰੇ ਦੇ ਵਿੱਚ ਰਿਹਾ, ਯੂਨਾ ਮੱਛੀ ਦੇ ਢਿੱਡ ਦੇ ਵਿੱਚੋਂ ਉਹਨੇ ਜਾਣਿਆ, ਤੇ ਉਹ 3 ਦਿਨ ਪ੍ਰਾਰਥਨਾ ਕਰਦਾ ਰਿਹਾ। ਉਹਨੇ ਜਾਣਿਆ ਕਿ ਹੁਣ ਮੈਂ ਕੁਝ ਨਹੀਂ ਕਰ ਸਕਦਾ, ਮੈਂ ਮੱਛੀ ਦੇ ਢਿੱਡ ਦੇ ਵਿੱਚੋਂ ਆਪੇ ਬਾਹਰ ਵੀ ਨਹੀਂ ਨਿਕਲ ਸਕਦਾ ਤੇ ਕਿਤੇ ਜਾ ਵੀ ਨਹੀਂ ਸਕਦਾ। ਉੱਥੇ ਸਟਕ ਹੋ ਗਿਆ ਸੀ। ਯਹੋਵਾ ਨੇ ਉਹਨੂੰ ਉੱਥੇ ਸਟਕ ਕਰ ਦਿੱਤਾ ਮੱਛੀ ਦੇ ਢਿੱਡ ਦੇ ਵਿੱਚ। ਤੇ ਉਹ 3 ਦਿਨ ਪ੍ਰਾਰਥਨਾ ਕਰਦਾ ਰਿਹਾ, ਤੇ ਯਹੋਵਾ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ, ਤੇ ਮੱਛੀ ਨੇ ਉਹਨੂੰ ਉਗਲਸ਼ ਦਿੱਤਾ ਇੱਕ ਸੁੱਕੀ ਧਰਤੀ ਦੇ ਉੱਤੇ ਯਹੋਵਾ ਦੇ ਹੁਕਮ ਦੇ ਅਨੁਸਾਰ। ਤੇ ਯਹੋਵਾ ਨੇ ਯੂਨਾ ਨੂੰ ਕਿਹਾ ਕਿ ਜਾ ਉੱਠ, ਨੀਨਵਾ ਸ਼ਹਿਰ ਨੂੰ ਜਾ, ਉੱਥੇ ਜਾ ਕੇ ਉਹਨਾਂ ਨੂੰ ਦੱਸ ਕਿ ਉਹ ਆਪਣੇ ਪਾਪਾਂ ਤੋਂ ਮੁੜਨ। ਤੇ ਯੂਨਾ ਨੀਨਵਾ ਸ਼ਹਿਰ ਨੂੰ ਗਿਆ। ਉੱਥੇ ਜਾ ਕੇ ਉਹਨੇ ਯਹੋਵਾ ਦਾ ਵਚਨ ਉਹਨਾਂ ਨੂੰ ਦੱਸਿਆ, ਤੇ ਉਹ ਆਪਣੇ ਪਾਪਾਂ ਤੋਂ ਮੁੜੇ। ਉਹਨਾਂ ਨੇ ਸੁਣਿਆ ਕਿ ਯਹੋਵਾ ਕੀ ਕਹਿ ਰਿਹਾ ਆ, ਤੇ ਉਹ ਆਪਣੇ ਪਾਪਾਂ ਤੋਂ ਮੁੜੇ, ਤੇ ਯਹੋਵਾ ਨੇ ਉਸ ਸ਼ਹਿਰ ਨੂੰ ਮਾਫ ਕਰ ਦਿੱਤਾ। ਹੁਣ ਦੇਖੀਏ ਇੱਥੇ ਯੂਨਾ ਜਿਹੜਾ ਆ ਉਹ ਖੁਸ਼ ਹੋਣ ਦੀ ਬਜਾਏ ਉਹ ਫੇਰ ਗੁੱਸੇ ਹੋ ਰਿਹਾ ਆ ਯਹੋਵਾ ਦੇ ਨਾਲ, ਜਦ ਕਿ ਉਹਨੇ ਪਹਿਲਾਂ ਵੀ ਕਠੋਰ ਜਵਾਬ ਦਿੱਤਾ ਯਹੋਵਾ ਨੂੰ। ਉਸ ਕਰਕੇ ਉਹਦੇ ਨਾਲ ਕੀ ਕੁਛ ਹੋਇਆ, ਪਰ ਫਿਰ ਵੀ ਉਹਨੂੰ ਨਸੀਹਤ ਨਹੀਂ ਆਈ ਕਿ ਯਹੋਵਾ ਕੀ ਕੁਛ ਕਰ ਸਕਦਾ ਆ। ਉਹ ਫਿਰ ਇੱਥੇ ਗੁੱਸੇ ਹੋ ਰਿਹਾ ਆ ਯਹੋਵਾ ਦੇ ਨਾਲ। ਉਹ ਕਹਿੰਦਾ ਹੈ ਕਿ ਯਹੋਵਾ ਤੂੰ ਇਹ ਕੀ ਕੀਤਾ? ਤੂੰ ਤਾਂ ਕਹਿਣਾ ਸੀਗਾ ਕਿ ਨੀਨਵਾ ਸ਼ਹਿਰ ਨੂੰ ਤੂੰ ਤਬਾਹ ਕਰਨਾ ਹੈ, ਪਰ ਤੂੰ ਇਹਨੂੰ ਬਚਾ ਲਿਆ, ਹੁਣ ਤਾਂ ਤੂੰ ਕੁਛ ਕਰ ਹੀ ਨਹੀਂ ਰਿਹਾ। ਉਹ ਗੁੱਸੇ ਹੋ ਗਿਆ। ਉਹ ਗੁੱਸੇ ਹੋ ਕੇ ਹੋਰ ਪਾਸੇ ਨੂੰ ਜਾ ਰਿਹਾ ਸੀਗਾ। ਉੱਥੇ ਉਹ ਥੱਕ ਗਏ, ਇੱਕ ਮੈਦਾਨ ਦੇ ਉੱਤੇ ਉਹ ਪੈ ਗਿਆ ਲੰਮਾ, ਤੇ ਉਹ ਲੰਮਾ ਪੈ ਗਿਆ। ਉੱਥੇ ਕੋਈ ਦਰਖਤ ਨਹੀਂ ਸੀ, ਕੋਈ ਕੁਛ ਨਹੀਂ ਸੀ, ਪਰ ਉਹ ਥੱਕਿਆ ਸੀ, ਉੱਥੇ ਪੈ ਗਿਆ ਗੁੱਸੇ ਦੇ ਨਾਲ। ਪਰ ਯਹੋਵਾ ਨੇ ਜਿੱਥੇ ਉਹ ਪਿਆ ਸੀਗਾ ਉੱਥੇ ਉਹਦੇ ਵਾਸਤੇ ਇੱਕ ਚੰਗਾ ਦਰਖਤ ਛਾਂ ਵਾਲਾ ਠਹਿਰਾਇਆ, ਉਹਨੂੰ ਛਾਂ ਕਰਨ ਦੇ ਵਾਸਤੇ, ਉਹਨੂੰ ਆਰਾਮ ਦੇਣ ਵਾਸਤੇ। ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਕਿ ਯਹੋਵਾ ਆਪਣੇ ਡਰ ਮੰਨਣ ਵਾਲਿਆਂ ਨੂੰ ਕੀ ਦਿੰਦਾ ਆ? ਆਰਾਮ ਦਿੰਦਾ ਆ। ਉਹਨੂੰ ਆਰਾਮ ਦੇਣ ਦੇ ਵਾਸਤੇ ਯਹੋਵਾ ਨੇ ਇੱਕ ਦਰਖਤ ਠਹਿਰਾਇਆ ਛਾਂ ਵਾਲਾ, ਤੇ ਉਸ ਦਰਖਤ ਨੇ ਉਹਨੂੰ ਛਾਂ ਦਿੱਤੀ, ਉਹਨੂੰ ਆਰਾਮ ਦਿੱਤਾ। ਬਾਅਦ ਵਿੱਚ ਯਹੋਵਾ ਨੇ ਇੱਕ ਕੀੜਾ ਠਹਿਰਾਇਆ ਉਸ ਦਰਖਤ ਨੂੰ ਖਾ ਜਾਣ ਦੇ ਵਾਸਤੇ, ਉਸ ਦਰਖਤ ਨੂੰ ਖਤਮ ਕਰਨ ਦੇ ਵਾਸਤੇ। ਤੇ ਉਹ ਦਰਖਤ ਨੂੰ ਕੀੜੇ ਨੇ ਉਸ ਦਰਖਤ ਨੂੰ ਖਾ ਲਿਆ, ਉਹ ਖਤਮ ਹੋ ਗਿਆ। ਤੇ ਯਹੋਨਾ ਉੱਠਿਆ ਤੇ ਉਹ ਹੈਰਾਨ ਹੋਇਆ। ਉਹਨੂੰ ਚਿੰਤਾ ਹੋਈ ਕਿ ਇਹ ਦਰਖਤ ਇੰਨਾ ਸੋਹਣਾ ਸੀਗਾ, ਮੈਨੂੰ ਛਾਂ ਦਿੱਤੀ ਇਸ ਦਰਖਤ ਨੇ, ਚੰਗਾ ਸੀ, ਠੰਡੀ ਛਾਂ ਦਿੱਤੀ, ਇਹ ਦਰਖਤ ਸੋਹਣਾ ਸੀਗਾ, ਤੇ ਇਹ ਕਿੱਦਾਂ ਹੋ ਗਿਆ? ਇਹ ਨਹੀਂ ਹੋਣਾ ਚਾਹੀਦਾ ਸੀ ਇੱਦਾਂ। ਤੇ ਯਹੋਵਾ ਨੇ ਉਹਨੂੰ ਆਵਾਜ਼ ਦਿੱਤੀ, ਉਹਨੂੰ ਵਚਨ ਦਿੱਤਾ ਕਿ ਦੇਖ, ਇਹ ਦਰਖਤ ਜੋ ਤੂੰ ਲਾਇਆ ਨਹੀਂ, ਇਹਨੂੰ ਸਿੰਜਿਆ ਨਹੀਂ, ਇਹਨੂੰ ਵੱਡਾ ਨਹੀਂ ਕੀਤਾ, ਇਹਦੇ ਵਾਸਤੇ ਤੇਰੇ ਦਿਲ ਦੇ ਵਿੱਚ ਕਿੰਨਾ ਦੁੱਖ ਹੋ ਰਿਹਾ ਆ ਕਿ ਇਹ ਦਰਖਤ ਕਿੰਨਾ ਸੋਹਣਾ ਸੀਗਾ, ਹਰੇ ਪੱਤੇ ਸੀ, ਛਾਂ ਵਾਲਾ ਸੀ, ਤੇ ਇਹਨੂੰ ਕੀੜੇ ਨੇ ਖਾ ਲਿਆ। ਤੈਨੂੰ ਕਿੰਨੀ ਚਿੰਤਾ ਹੋਈ ਇਹਦੀ ਦਰਖਤ ਦੀ, ਪਰ ਤੂੰ ਮੇਰੇ ਬਾਰੇ, ਯਹੋਵਾ ਕਹਿੰਦਾ ਯੂਨਾ ਨੂੰ ਕਹਿੰਦਾ ਕਿ ਤੂੰ ਮੇਰੇ ਬਾਰੇ ਨਹੀਂ ਸੋਚਿਆ ਕਿ ਜਿਹੜੇ ਲੋਕਾਂ ਨੂੰ ਮੈਂ ਆਪਣੇ ਹੱਥਾਂ ਦੇ ਨਾਲ ਬਣਾਇਆ ਆ, ਆਪਣੇ ਸਾਹ ਫੂਕੇ ਆ ਇਹਨਾਂ ਦੇ ਵਿੱਚ। ਨੀਨਵਾ ਸ਼ਹਿਰ ਦੇ ਵਿੱਚ 1,20,000 ਤੋਂ ਵੀ ਵੱਧ ਇਨਸਾਨ ਰਹਿੰਦੇ ਆ, ਤੇ ਜਿਹੜੇ ਜਾਨਵਰ ਆ ਉਹ ਵੱਖਰੇ ਵਾਧੂ ਆ ਜਿਹੜੇ ਯਹੋਵਾ ਨੇ ਬਣਾਏ ਆ। ਯਹੋਵਾ ਕਹਿੰਦਾ ਕਿ ਯਹੋਵਾ ਯੂਨਾ ਨੂੰ ਕਹਿੰਦਾ ਕਿ ਮੈਨੂੰ ਇਹਨਾਂ ਦੇ ਉੱਤੇ ਤਰਸ ਆਉਣਾ ਨਹੀਂ ਚਾਹੀਦਾ ਸੀ, ਕਿ ਮੈਨੂੰ ਇਹਨਾਂ ਦੇ ਉੱਤੇ ਤਰਸ ਆਉਣਾ ਨਹੀਂ ਚਾਹੀਦਾ ਸੀ, ਇਸ ਲਈ ਮੈਂ ਇਹਨਾਂ ਨੂੰ ਮਾਫ ਕੀਤਾ ਕਿ ਇਹ ਆਪਣੇ ਪਾਪਾਂ ਤੋਂ ਮੁੜੇ ਨੀਨਵਾ ਸ਼ਹਿਰ। ਇਸੇ ਤਰ੍ਹਾਂ ਯਹੋਵਾ ਮਾਫ ਕਰਦਾ ਆ। ਯਹੋਵਾ ਜੋ ਕਹਿੰਦਾ ਆ, ਅਗਰ ਇਨਸਾਨ ਆਪਣੇ ਪਾਪਾਂ ਤੋਂ ਮੁੜਦਾ ਆ ਤਾਂ ਯਹੋਵਾ ਉਹਨਾਂ ਨੂੰ ਜ਼ਿੰਦਗੀ ਬਖਸ਼ ਦਿੰਦਾ ਆ। ਤੇ ਅਸੀਂ ਇਸ ਕਹਾਣੀ ਤੋਂ ਸਿੱਖਿਆ ਆ, ਅਸੀਂ ਯੂਨਾ ਦੇ ਜੀਵਨ ਤੋਂ ਸਿੱਖਿਆ ਹੈ ਕਿ ਕਿਸ ਤਰ੍ਹਾਂ ਜਦੋਂ ਇਨਸਾਨ ਕਠੋਰ ਨਾ ਕਰ ਦਿੰਦਾ ਆ ਯਹੋਵਾ ਨੂੰ, ਸਿੱਧਾ ਹੀ ਟੋਟਲ ਨਾ ਕਰ ਦਿੰਦਾ ਹੈ, ਤੇ ਫਿਰ ਕੀ ਅਸਰ ਹੁੰਦਾ ਆ ਉਹਦੇ ਜੀਵਨ ਦੇ ਉੱਤੇ, ਤੇ ਯਹੋਵਾ ਦੇ ਉੱਤੇ ਕੀ ਅਸਰ ਹੁੰਦਾ ਆ। ਤੁਸੀਂ ਦੇਖਿਆ ਕਿ ਯੂਨਾ ਨੇ ਕਠੋਰ ਨਾ ਕੀਤੀ ਤਾਂ ਯੂਨਾ ਨੂੰ ਕਿੰਨੇ ਦੁੱਖ ਸਹਿਣੇ ਪਏ। ਜਹਾਜ਼ ਵਿੱਚ ਗਿਆ, ਉੱਥੇ ਤੂਫਾਨ ਆ ਗਿਆ, ਪਾਣੀ 'ਚ ਸੁੱਟਿਆ ਗਿਆ, ਉੱਥੇ ਮੱਛੀ ਨੇ ਉਹਨੂੰ ਨਿਗਲ ਲਿਆ। ਮੱਛੀ ਦੇ ਢਿੱਡ ਵਿੱਚ ਹਨੇਰੇ ਦੇ ਵਿੱਚ 3 ਦਿਨ ਰਿਹਾ, ਔਖਿਆਈ ਦੇ ਵਿੱਚ। ਕਠੋਰ ਜਵਾਬ ਜਦੋਂ ਦਿੰਦੇ ਆ ਯਹੋਵਾ ਨੂੰ ਤਾਂ ਫਿਰ ਦੁੱਖ ਤਕਲੀਫਾਂ ਆਉਂਦੇ ਆ ਇਨਸਾਨ ਦੇ ਉੱਤੇ। ਤੇ ਦੂਸਰੀ ਤਰਫ ਏਲੀਆ ਨੂੰ ਦੇਖੋ, ਜਦੋਂ ਏਲੀਆ ਨੇ ਨਾ ਕੀਤੀ ਤਾਂ ਕੀ ਹੋਇਆ? ਏਲੀਆ ਨੇ ਨਰਮ ਜਵਾਬ ਦੇ ਵਿੱਚ
ਨਾ ਕੀਤੀ ਯਹੋਵਾ ਨੂੰ, ਤੇ ਉਹਨੂੰ ਏਲੀਆ ਨੂੰ ਸੁੱਖ ਮਿਲਿਆ, ਆਰਾਮ ਮਿਲਿਆ, ਜੀਵਨ ਮਿਲਿਆ, ਜੋ ਕਿ ਹੱਲੇ ਵੀ ਜੀਂਦਾ ਆ। ਤੇ ਦੂਸਰੀ ਤਰਫ ਯੂਨਾ ਨੇ ਕਠੋਰ ਨਾ ਕੀਤੀ ਕਿ ਮੈਂ ਨਹੀਂ ਕਰਨਾ ਹੈ, ਤਾਂ ਉਹਨੂੰ ਕਿੰਨੇ ਦੁੱਖ ਸਹਿਣੇ ਪਏ, ਕਿੰਨੇ ਦੁੱਖ ਸਹਿਣੇ ਪਏ ਉਹਨੂੰ। ਦੇਖੋ ਕਿੰਨਾ ਫਰਕ ਆ, ਕਿੰਨਾ ਫਰਕ ਆ। ਏਲੀਆ ਨੇ ਜਦੋਂ ਮਨਾ ਕੀਤਾ ਯਹੋਵਾ ਨੂੰ, ਤੇ ਜਦੋਂ ਯੂਨਾ ਨੇ ਮਨਾ ਕੀਤਾ ਯਹੋਵਾ ਨੂੰ, ਕਿੰਨਾ ਫਰਕ ਆ। ਤੇ ਦੋਨਾਂ ਦੀਆਂ ਜ਼ਿੰਦਗੀਆਂ ਤੇ ਕੀ ਅਸਰ ਹੋਏ ਇਸ ਗੱਲ ਦੇ, ਆਣਾ ਆਗਿਆਕਾਰੀ ਕਰਨ ਦੇ, ਉਹਨਾਂ ਦੇ ਜੀਵਨਾਂ ਤੇ ਕੀ ਅਸਰ ਹੋਏ ਆ। ਇਹ ਤੁਸੀਂ ਸੁਣਿਆ ਆ ਯਹੋਵਾ ਦੇ ਵਚਨ ਦੇ ਵਿੱਚੋਂ, ਹੁਣ ਤੁਹਾਨੂੰ ਦੱਸਿਆ ਗਿਆ ਆ। ਤੇ ਯਹੋਵਾ ਦੇ ਉੱਤੇ ਕੀ ਇਫੈਕਟ ਹੁੰਦੇ ਆ ਜਦੋਂ ਇਨਸਾਨ ਨਾ ਕਰਦਾ ਆ, ਤੇ ਇਨਸਾਨ ਦੇ ਉੱਤੇ ਕੀ ਇਫੈਕਟ ਹੁੰਦੇ ਆ, ਅਸਰ ਹੁੰਦੇ ਆ ਨਾ ਕਰਨ ਦੇ, ਜਦੋਂ ਯਹੋਵਾ ਨੂੰ ਅਣਆਗਿਆਕਾਰੀ ਕਰਦੇ ਆ। ਅਸੀਂ ਇਹ ਵਚਨ ਦੇ ਵਿੱਚੋਂ ਸਿੱਖ ਲਿਆ ਆ, ਜੇ ਨਰਮ ਜਵਾਬ ਵਿੱਚ ਨਾ ਕਰਦੇ ਆ ਤਾਂ ਇਨਸਾਨ ਜੀਂਦਾ ਰਹਿੰਦਾ ਆ, ਉਹਨੂੰ ਆਰਾਮ ਮਿਲਦਾ ਆ। ਜੇ ਨਰਮ ਜਵਾਬ ਦੇ ਵਿੱਚ ਪਰਮੇਸ਼ਵਰ ਨੂੰ ਨਾ ਕਰਦੇ ਆ ਤਾਂ ਇਨਸਾਨ ਜੀਂਦਾ ਰਹਿੰਦਾ ਆ, ਉਹਨੂੰ ਸੁੱਖ ਮਿਲਦਾ, ਉਹਨੂੰ ਆਰਾਮ ਮਿਲਦਾ ਆ। ਜੇ ਕਠੋਰ ਜਵਾਬ ਦੇ ਵਿੱਚ ਯਹੋਵਾ ਦੀ ਅਣਆਗਿਆਕਾਰੀ ਕਰਦੇ ਆ ਤਾਂ ਇਨਸਾਨ ਨੂੰ ਦੁੱਖ ਤਕਲੀਫਾਂ ਮਿਲਦੇ ਆ, ਹਨੇਰੇ ਦੇ ਵਿੱਚ ਰਹਿੰਦਾ, ਅੰਧਕਾਰ ਦੇ ਵਿੱਚ ਰਹਿੰਦਾ ਆ, ਤੇ ਯਹੋਵਾ ਦਾ ਕ੍ਰੋਧ ਉੱਤੇ ਰਹਿੰਦਾ ਆ। ਅਣਆਗਿਆਕਾਰੀ, ਨਰਮ ਜਵਾਬ ਅਣਆਗਿਆਕਾਰੀ ਤੇ ਕਠੋਰ ਜਵਾਬ ਅਣਆਗਿਆਕਾਰੀ, ਬਹੁਤ ਫਰਕ ਆ ਇਹਨਾਂ ਦੋਨਾਂ ਦੇ ਵਿੱਚ। ਸਿਰਫ ਇੱਕ ਸ਼ਬਦ ਅਣਆਗਿਆਕਾਰੀ, ਤੇ ਉਹਦੇ ਦੋ ਹਿੱਸੇ ਆ, ਨਰਮ ਜਵਾਬ ਅਣਆਗਿਆਕਾਰੀ ਤੇ ਕਠੋਰ ਜਵਾਬ ਅਣਆਗਿਆਕਾਰੀ। ਹੁਣ ਤੁਸੀਂ ਅੱਜ ਸਿੱਖ ਲਿਆ ਆ ਕਿ ਜਦੋਂ ਨਰਮ ਜਵਾਬ ਯਹੋਵਾ ਦੇ ਅਧੀਨ ਹੋ ਕੇ ਉਹਨੂੰ ਮਨਾ ਕਰਦੇ ਆ, ਯਹੋਵਾ ਦੇ ਅੱਗੇ ਅਧੀਨ ਹੋ ਕੇ, ਨੀਵੇਂ ਹੋ ਕੇ, ਉਹਦੇ ਵਿੱਚ ਬਣੇ ਰਹਿ ਕੇ ਮਨਾ ਕਰਦੇ ਆ, ਤਾਂ ਇਨਸਾਨ ਨੂੰ ਦੁੱਖ ਨਹੀਂ ਬਲਕਿ ਉਹਨੂੰ ਆਰਾਮ ਮਿਲਦਾ ਆ। ਤੇ ਜਦੋਂ ਕਠੋਰ ਮਨਾ ਕਰਦੇ ਆ ਯਹੋਵਾ ਨੂੰ, ਤੇ ਫਿਰ ਇਨਸਾਨ ਨੂੰ ਦੁੱਖ ਮਿਲਦੇ ਆ। ਕਿੰਨਾ ਫਰਕ ਆ ਦੇਖੋ ਦੋਨਾਂ ਦੇ ਮਨਾ ਕਰਨ ਦੇ ਵਿੱਚ ਯਹੋਵਾ ਨੂੰ। ਇਸੇ ਤਰ੍ਹਾਂ ਯਹੋਵਾ ਇਨਸਾਨਾਂ ਦੇ ਕੋਲੋਂ ਆਪਣਾ ਕੰਮ ਲੈਂਦਾ ਆ। ਇਸੇ ਲਈ ਇਨਸਾਨਾਂ ਦੇ ਜੀਵਨਾਂ ਦੇ ਵਿੱਚ ਯਹੋਵਾ ਦੀ ਯੋਜਨਾ ਪੂਰੀ ਹੁੰਦੀ ਆ। ਤੁਸੀਂ ਤਿਆਰ ਹੋ ਜਾਓ ਅੰਤ ਦੇ ਸਮੇਂ ਦੇ ਵਾਸਤੇ। ਹੁਣ ਅੰਤ ਦਾ ਸਮਾਂ ਆ ਪੁੱਜਿਆ ਆ, ਹੁਣ ਬਾਕੀ ਸਭ ਕੁਝ ਕਰਨ ਦਾ ਸਮਾਂ ਜਿਹੜਾ ਸੀ ਉਹ ਲੰਘ ਚੁੱਕਿਆ, ਹੁਣ ਅੰਤ ਦਾ ਸਮਾਂ ਆ ਪੁੱਜਿਆ ਆ। ਤੁਸੀਂ ਅੰਤ ਦੇ ਸਮੇਂ ਦੇ ਵਾਸਤੇ ਤਿਆਰ ਹੋ ਜਾਓ ਕਿ ਜਦੋਂ ਯਹੋਵਾ ਆਵੇ ਤਾਂ ਤੁਸੀਂ ਤਿਆਰ ਪਾਏ ਜਾਓ। ਯਹੋਵਾ ਨੇ ਸਾਨੂੰ ਖੜਾ ਕੀਤਾ ਆ ਕਿ ਅਸੀਂ ਅੰਤ ਦੇ ਸਮੇਂ ਦੇ ਵਾਸਤੇ ਲੋਕਾਂ ਨੂੰ ਤਿਆਰ ਕਰੀਏ। ਯਹੋਵਾ ਨੇ ਸਾਨੂੰ ਦਰਸ਼ਨ ਦੇ ਕੇ ਆਖਿਆ ਆ, ਯਹੋਵਾ ਨੇ ਸਾਨੂੰ ਦਰਸ਼ਨ ਦਿੱਤਾ ਆ, ਦੱਸਿਆ ਆ ਕਿ ਯਹੋਵਾ ਦਾ ਜਿਹੜਾ ਉੱਪਰਲਾ ਕੰਮ ਸੀਗਾ, ਯਹੋਵਾ ਨੇ ਕਿਹਾ ਆ ਕਿ ਮੇਰਾ ਉੱਪਰਲਾ ਕੰਮ ਹੁਣ ਖਤਮ ਹੋ ਚੁੱਕਿਆ ਆ ਤੇ ਮੈਂ ਹੁਣ ਥੱਲੇ ਨੂੰ ਆ ਰਿਹਾ ਆ। ਯਹੋਵਾ ਨੇ ਸਾਨੂੰ ਇਹ ਦਰਸ਼ਨ ਦਿੱਤਾ, ਸਾਨੂੰ ਇਹ ਦੱਸਿਆ ਆ ਯਹੋਵਾ ਨੇ। ਕਿਉਂਕਿ ਯਹੋਵਾ ਜਦੋਂ ਉੱਪਰ ਗਿਆ ਸੀ, ਸਵਰਗ ਨੂੰ ਉਠਾਇਆ ਗਿਆ ਸੀ, ਉਹਨੇ ਕਿਹਾ ਸੀਗਾ ਆਪਣੇ ਚੇਲਿਆਂ ਨੂੰ ਕਿ ਮੈਂ ਤੁਹਾਡੇ ਵਾਸਤੇ, ਲੋਕਾਂ ਦੇ ਵਾਸਤੇ ਜਗ੍ਹਾ ਤਿਆਰ ਕਰਨ ਜਾ ਰਿਹਾ ਆ। ਤੇ ਯਹੋਵਾ ਨੇ ਹੁਣ ਸਾਨੂੰ ਦੱਸਿਆ, ਦਰਸ਼ਨ ਦਿੱਤਾ, ਸਾਨੂੰ ਕਿਹਾ ਯਹੋਵਾ ਨੇ ਕਿ ਯਹੋਵਾ ਦਾ ਜਿਹੜਾ ਉੱਪਰਲਾ ਕੰਮ ਸੀਗਾ ਉਹ ਖਤਮ ਹੋ ਚੁੱਕਿਆ ਆ ਤੇ ਹੁਣ ਯਹੋਵਾ ਥੱਲੇ ਧਰਤੀ ਵੱਲ ਨੂੰ ਆ ਰਿਹਾ ਆ। ਇਸ ਲਈ ਅੰਤ ਦੇ ਸਮੇਂ ਦੇ ਵਾਸਤੇ ਤਿਆਰ ਹੋ ਜਾਈਏ, ਇਹਨਾਂ ਸਮਿਆਂ ਦੇ ਵਿੱਚੋਂ ਨਿਕਲਣ ਦੇ ਵਾਸਤੇ ਤਿਆਰ ਹੋ ਜਾਈਏ। ਹੁਣ ਤਿਆਰ ਹੋ ਜਾਈਏ। ਯਹੋਵਾ ਆਪਣੇ ਲੋਕਾਂ ਨੂੰ ਕਹਿੰਦਾ ਆ ਕਿ ਲੜਾਈ ਦੀ ਤਿਆਰੀ ਕਰੋ। ਯਹੋਵਾ ਆਪਣੇ ਲੋਕਾਂ ਨੂੰ ਕਹਿੰਦਾ ਆ ਕਿ ਲੜਾਈ ਦੀ ਤਿਆਰੀ ਕਰੋ। ਯਹੋਵਾ ਆਪਣੇ ਲੋਕਾਂ ਨੂੰ ਕਹਿੰਦਾ ਆ ਕਿ ਯੋਧੇ ਤਿਆਰ ਹੋ ਜਾਣ। ਯਹੋਵਾ ਆਪਣੇ ਲੋਕਾਂ ਨੂੰ ਕਹਿੰਦਾ ਆ ਕਿ ਯੋਧੇ ਨੇੜੇ ਆਉਣ। ਯਹੋਵਾ ਆਪਣੇ ਲੋਕਾਂ ਨੂੰ ਕਹਿ ਰਿਹਾ ਆ ਕਿ ਆਪਣੇ ਹਥਿਆਰ ਤਿੱਖੇ ਤੇ ਤਿਆਰ ਰੱਖੋ। ਯਹੋਵਾ ਆਪਣੇ ਲੋਕਾਂ ਨੂੰ ਕਹਿ ਰਿਹਾ ਆ ਕਿ ਦਾਤੀ ਚਲਾਓ ਕਿ ਫਸਲ ਪੱਕ ਚੁੱਕੀ ਆ। ਮੈਂ ਫਿਰ ਕਹਿੰਨੀ ਆ, ਯਹੋਵਾ ਆਪਣੇ ਲੋਕਾਂ ਨੂੰ ਕਹਿ ਰਿਹਾ ਆ ਕਿ ਦਾਤੀ ਚਲਾਓ ਕਿਉਂਕਿ ਫਸਲ ਪੱਕ ਗਈ ਹੈ। ਆਮੇਨ। ਯਹੋਵਾ ਦੇ ਵਚਨ ਨੂੰ ਹਮੇਸ਼ਾ ਆਪਣੇ ਧਿਆਨ ਦੇ ਵਿੱਚ ਰੱਖੀਏ, ਪੱਕੀ ਹੋਈ ਫਸਲ ਨੂੰ ਵੱਢਣ ਦੇ ਵਾਸਤੇ। ਆਮੇਨ, ਆਮੇਨ। ਹੁਣ ਅਸੀਂ ਆਖਰੀ ਪ੍ਰਾਰਥਨਾ ਦੇ ਵਿੱਚ ਚੱਲਦੇ ਹਾਂ।
ਸਭ ਜਣ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਤੇ ਮੇਰੇ ਨਾਲ ਪ੍ਰਾਰਥਨਾ ਦੇ ਵਿੱਚ ਚੱਲੀਏ। ਮੇਰੇ ਯਹੋਵਾ ਦੀ ਉਸਤਤ ਹੋਵੇ, ਮੇਰੇ ਯਹੋਵਾ ਦਾ ਨਾਮ ਉੱਚਾ ਹੋਵੇ। ਮੇਰੇ ਯਹੋਵਾ ਦਾ ਵਚਨ ਜੋ ਅੱਗ ਦੇ ਨਾਲ ਤਾਇਆ ਹੋਇਆ ਹੈ, ਤੇ ਯਹੋਵਾ ਦਾ ਵਚਨ ਜੋ ਦੌੜ ਦੌੜ ਕੇ ਕੰਮ ਕਰਦਾ ਹੈ। ਤੁਸੀਂ ਤਿਆਰ ਹੋ ਜਾਓ, ਤੁਸੀਂ ਲੜਾਈ ਦੇ ਲਈ ਤਿਆਰ ਹੋ ਜਾਓ, ਤੁਸੀਂ ਤਿਆਰ ਪਾਏ ਜਾਓ। ਯੋਧੇ ਤਿਆਰ ਹੋ ਜਾਣ, ਤੁਹਾਡੀ ਦਾਤੀ ਤੁਹਾਡੇ ਹੱਥ ਵਿੱਚ ਹੋਵੇ। ਯੋਧੇ ਤਿਆਰ ਹੋ ਜਾਣ ਪੱਕੀ ਹੋਈ ਫਸਲ ਨੂੰ ਵੱਢਣ ਦੇ ਵਾਸਤੇ। ਤੇ ਅੱਜ ਦਾ ਯਹੋਵਾ ਦਾ ਵਚਨ ਤੁਹਾਨੂੰ ਸ਼ਸਤਰ ਬਸਤਰ ਪਹਿਨਾਏ, ਤੁਹਾਨੂੰ ਤਿਆਰੀ ਦੇਵੇ। ਮੇਰੇ ਯਹੋਵਾ ਦੇ ਨਾਮ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਦਾਤੀ ਹੋਵੇ, ਪੱਕੀ ਹੋਈ ਫਸਲ ਨੂੰ ਵੱਢਣ ਦੇ ਵਾਸਤੇ, ਤਾਂ ਕਿ ਤੁਸੀਂ ਆਪਣੀ ਦਾਤੀ ਚਲਾਓ ਤੇ ਪੱਕੀ ਹੋਈ ਫਸਲ ਨੂੰ ਵੱਢੋ। ਕਿਉਂਕਿ ਯਹੋਵਾ ਨੇ ਕਿਹਾ ਆ ਕਿ ਦਾਤੀ ਚਲਾਓ ਕਿਉਂਕਿ ਫਸਲ ਪੱਕ ਗਈ ਹੈ। ਮੇਰਾ ਮੂੰਹ ਹਮੇਸ਼ਾ ਮੇਰੇ ਯਹੋਵਾ ਦੀ ਉਸਤਤ ਕਰੇ ਤੇ ਸਾਰਾ ਬਸ਼ਰ ਉਸਦੇ ਪਵਿੱਤਰ ਨਾਮ ਨੂੰ ਜੁਗੋ ਜੁਗ ਮੁਬਾਰਕ ਆਖੇ। ਯਹੋਵਾ ਦੇ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, ਆਮੀਨ, ਆਮੀਨ।